ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੋਸ਼ਲ ਵਾਰ, ਜਿੱਥੇ ਗੱਲਬਾਤ तमाम ਉਹਨਾਂ ਖਬਰਾਂ ਦੀ ਕਰਾਂਗੇ ਜੋ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਨੂੰ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਮਿਲ ਰਹੀਆਂ ਹਨ। ਇਸ ਬਾਰੇ ਉਹਨਾਂ ਨੇ ਆਪ ਸੋਸ਼ਲ ਮੀਡੀਆ ਦੇ ਉੱਪਰ ਗੱਲ ਰੱਖੀ ਹੈ, ਜਿਸ ਵੱਲੋਂ ਇਹ ਧਮਕੀਆਂ ਦਿੱਤੀਆਂ ਗਈਆਂ। ਦਰਅਸਲ ਇੱਕ ਵਿਅਕਤੀ ਉਹਨਾਂ ਨੂੰ ਧਮਕੀਆਂ ਦੇ ਰਿਹਾ, ਉਹਨਾਂ ਦੇ ਉੱਪਰ ਐਸਿਡ ਅਟੈਕ ਪਾਉਣ ਦੀਆਂ। ਸ਼ਹਿਨਾਜ਼ ਨੇ ਉਸ ਦਾ ਧੰਨਵਾਦ ਕੀਤਾ ਹੈ। ਸ਼ਹਿਨਾਜ਼ ਕੌਰ ਗਿੱਲ ਨੂੰ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਮਿਲ ਰਹੀਆਂ ਨੇ। ਧਮਕੀਆਂ ਦੇਣ ਵਾਲਾ ਸ਼ਹਿਨਾਜ਼ ਨੂੰ ਕਹਿ ਰਿਹਾ ਹੈ ਕਿ ਉਸ ਦੇ ਉੱਪਰ ਐਸਿਡ ਪਾ ਦਿੱਤਾ ਜਾਵੇਗਾ। ਬਿਗ ਬੌਸ 13 ਤੋਂ ਚਰਚਾ ਦੇ ਵਿੱਚ ਆਈ ਸ਼ਹਿਨਾਜ਼ ਕੌਰ ਗਿੱਲ ਹਾਲ ਹੀ ਦੇ ਵਿੱਚ ਉਸ ਨੂੰ ਐਸਿਡ ਅਟੈਕ ਦੀਆਂ ਧਮਕੀਆਂ ਮਿਲਣ ਦੀਆਂ ਖਬਰਾਂ ਸਾਹਮਣੇ ਆਈਆਂ। ਹੁਣ ਸ਼ਹਿਨਾਜ਼ ਵੱਲੋਂ ਇਸ ਦੇ ਉੱਪਰ ਆਪਣੀ ਗੱਲ ਰੱਖੀ ਗਈ। ਸ਼ਹਿਨਾਜ਼ ਨੇ ਕਿਹਾ ਕਿ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਅਜਿਹਾ ਕਹਿੰਦੇ ਹਨ। ਸ਼ਹਿਨਾਜ਼ ਨੇ ਕਿਹਾ ਕਿ ਉਸ ਨੂੰ ਇਸ ਦੇ ਉੱਪਰ ਕੋਈ ਇਤਰਾਜ਼ ਨਹੀਂ ਹੈ ਤੇ ਨਾ ਹੀ ਇਹਨਾਂ ਚੀਜ਼ਾਂ ਦੇ ਨਾਲ ਕੋਈ ਉਸ ਨੂੰ ਫਰਕ ਪੈਂਦਾ ਹੈ। ਦੱਸ ਦਈਏ ਕਿ ਅੱਜਕੱਲ੍ਹ ਸ਼ਹਿਨਾਜ਼ ਕੌਰ ਗਿੱਲ ਦਾ ਕਰੀਅਰ ਬੁਲੰਦੀਆਂ ਦੇ ਉੱਪਰ ਹੈ। ਉਹਨਾਂ ਵੱਲੋਂ ਬੈਕ ਟੂ ਬੈਕ ਕਈ ਪ੍ਰੋਜੈਕਟ ਕੀਤੇ ਜਾ ਰਹੇ ਹਨ। ਸ਼ਹਿਨਾਜ਼ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਜਦੋਂ ਉਸ ਨੂੰ ਅਜਿਹੀਆਂ ਧਮਕੀਆਂ ਮਿਲਦੀਆਂ ਨੇ ਕੀ ਉਸ ਨੂੰ ਡਰ ਲੱਗਦਾ ਹੈ, ਤੇ ਜਵਾਬ ਅੱਗੇ ਆਉਂਦਾ ਹੈ ਕਿ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਜਿਹੜੇ ਇਹ ਸਭ ਕਰ ਰਹੇ ਹਨ। ਇਹ ਸਭ ਮੈਨੂੰ ਪਰੇਸ਼ਾਨ ਨਹੀਂ ਕਰਦਾ, ਸਗੋਂ ਸਿੰਪੈਥੀ ਪ੍ਰਾਪਤ ਕਰ ਰਹੀ ਹਾਂ। ਉਸਨੇ ਕਿਹਾ ਕਿ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ। ਸ਼ਹਿਨਾਜ਼ ਇਹਨਾਂ ਧਮਕੀਆਂ ਤੋਂ ਨਹੀਂ ਡਰਦੀ, ਪਰ ਸੋਸ਼ਲ ਮੀਡੀਆ ਦੇ ਉੱਪਰ ਉਸ ਨੂੰ ਲਗਾਤਾਰ ਕਈ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਹ ਕਿ ਬਿਗ ਬੌਸ 13 ਦੇ ਵਿੱਚ ਆਉਣ ਤੋਂ ਬਾਅਦ ਸ਼ਹਿਨਾਜ਼ ਦੀ ਕਾਫੀ ਫੈਨ ਫੋਲੋਇੰਗ ਵੱਧ ਗਈ ਹੈ ਅਤੇ ਹੁਣ ਉਹਨਾਂ ਨੂੰ ਕਈ ਪ੍ਰੋਜੈਕਟਸ ਦੇ ਵਿੱਚ ਲਗਾਤਾਰ ਦੇਖਿਆ ਜਾ ਰਿਹਾ ਹੈ। ਮਰਦ ਸ਼ੇਰੋਵਾਲੀਆ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵੀਡੀਓ ਜਿਹੜੀਆਂ ਉਹਨਾਂ ਨੂੰ ਸਾਂਝਾ ਕਰਦੇ ਹੀ ਰਹਿੰਦਾ ਹੈ। ਹੁਣ ਉਹਨਾਂ ਵੱਲੋਂ ਇੱਕ ਗਰੀਬ ਬੱਚਿਆਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ ਹੈ। ਛੋਟੇ ਗਰੀਬ ਬੱਚੇ ਨੇ ਕਿਸ ਤਰ੍ਹਾਂ ਸੜਕ ਦੇ ਉੱਪਰ ਰਹਿਣ ਦੇ ਲਈ ਮਜਬੂਰ ਨੇ। ਇਹ ਤਸਵੀਰ, ਇਹ ਵੀਡੀਓ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਸਾਰਿਆਂ ਦੇ ਅੱਗੇ ਪੇਸ਼ ਕੀਤੀ ਗਈ। ਸਤਿ ਸ਼੍ਰੀ ਅਕਾਲ ਜੀ। ਮੇਰੇ ਆਪਣੇ ਪਿੰਡ ਸ਼ੇਰੋਂ ਵਿਚਾਰੇ ਆਏ ਬੈਠੇ ਨੇ। ਇਹ ਇੱਕ ਮਿੰਟ ਜਾਣ ਦੀ ਕੋਸ਼ਿਸ਼ ਕਰਦਾ ਮੈਂ ਇਹਨਾਂ ਕੋਲੇ। ਕੀ ਹਾਲ ਨੇ ਚੌਧਰੀ ਹੋ? ਕਿਵੇਂ ਹੋ? ठीक है जी। ਰੋਟੀ ਪਾਣੀ ਬਣਾ ਲਿਆ? बना लिया जी, बना रोटी पानी तो बना लिया। ਅੱਜ ਬੈਠੇ ਹੋ ਕੇ? खा लो रोटी। ਕੀ ਬਣਾਇਆ ਰੋਟੀ 'ਚ? हाँ दाल ਹੈ बनाया। दाल ਸੁੱਤੇ ਪਏ ਹੋ? हाँ दवाई खा रही। ਕੀ गाड़ी लेके आए हो जी? ਹੈ? गाड़ी लेके आए? ਹਾਂ कहाँ से आए? ਇੱਥੇ ਪਿੰਡ ਦੇ ਸ਼ਹਿਰੋਂ ਦੀਆਂ। ठीक ठीक। ਕਿੱਥੋਂ ਆਏ ਹੁਣ? रोटी पानी खाना हो हम तो ਕੀ ਬਣਾਇਆ ਅੱਜ ਰੋਟੀ ਪਾਣੀ 'ਚ? वीडियो को बनाने आया भाई हम। ਨਾ ਬਣਾਈਏ? हाँ ਨਾ ਬਣਾਈਏ ਵੀਡੀਓ? भाई वीडियो बना ਰਹਿਣ ਦੇ ਫਿਰ। ਹੈ बना लो। ये लाइट बंद हो गई, चली गई लाइट। हाँ ਲੈਟ ਹੈ ਨਹੀਂ ਕੋਲੇ? चली गई लाइट चली गई। ओ उधर सलाम तो ਤੁਸੀਂ ਕੀ ਬਣਾਇਆ ਭੈਣੇ? ਕੀ ਬਣਾਇਆ ਅੱਜ? दाल बनाया। है क्या दाल में क्या बनाया है? दाल रोटी। दाल रोटी ठीक है। ये अच्छा, ये दाल रोटी हमारे से छीनना चाहता है मोदी, है ना? छीन लिया, बहुत छीनना चाहता, बहुत छीन लिया बाबा। छीनना कहाँ जाता है? कुछ नहीं बचा। कहीं छीन लिया सब। मोदी को इतनी लानता है ना, मर जाना चाहिए मोदी को। ऐसे नहीं सोचता कि गरीब बंदे को क्या हो जाएगा क्या नहीं हो जाएगा। हैं? वो मरदा है मोदी। पहले वो गरीब रहा तो खुद सोचते थे हमारे गरीबी का रहे तो इनका गरीबी बेचाने के का। गरीब गुरु को नहीं वो। पहले कहता गरीब पहले चाय बना के पीता था वो, जब इतना बड़ा परमात्मा बन गया हक के चला गया। उसको शर्म आनी चाहिए ना। शर्म आनी चाहिए, गल सही बाबा। है हाँ। चलो कल राशन पहुँचाते हैं, ठीक है? साल पहुँचा देना, तेल वेल मिर्चा उर्चा सारा सब कुछ आ जाएगा। सब सारा कुछ भेजा देना, भुक्के मरते तो। एक बार बोल दो कि मोदी सरकार मुर्दाबाद। मोदी सरकार मोदी सरकार। ठीक है बहन जी, ओके चलो तेल वेल लिया ना, मिर्चा उर्चा चावल। ठीक है, ठीक है, ओके ओके नमस्ते। बच्चे पड़ जाएगा।
तो गरीब हैं, बच्चे बेचारे भूखे ऐसे सब पैसे दे देना, हम ले लेंगे जब। ਅੱਜ ਭੈਣ ਅੱਜ ਆਈਆਂ ਤੁਸੀਂ ਉਰੇ ਹੈ ਬਾਜੀ होशियारपुर रहते हैं ऐसी। ਅੱਛਾ हमारा इलाका पैसे दे देना, हम जमीन ले लेंगे। ਬੇਬੇ ਕਿਹੜਾ ਇਲਾਕਾ ਤੁਹਾਡਾ हमारा होशियारपुर। ਨਹੀਂ ਤੁਸੀਂ ਰੋਜ਼ ਕਿਤੇ ਨਾ ਕਿਤੇ ਜਾਂਦੇ ਰਹਿੰਦੇ ਹੋ ऐसे चलते चलते व्यापार करते रहते हैं। ਅੱਛਾ ਕਿੰਨੇ ਦਿਨ ਲਾਉਂਦੇ ਹੋ ਰੋਜ਼ 2-3 दिन रहते हैं, 1000 दिन कहीं 2-4-10 दिन रह जाते हैं। ਅੱਛਾ ਤੁਹਾਡਾ ਪਹਿਲਾ ਕੰਮ ਤੁਸੀਂ ਉਹ ਤੱਕੜ ਵਗੈरह ਬਣਾਉਂਦੇ ਸੀ ਪਹਿਲਾਂ ਤੁਸੀਂ ਉਹੀ ਸੀ ਨਾ ना ऐसे पशु हमारे व्यापार करते हैं। ਅੱਛਾ ਵਪਾਰ करते हो वैसे नहीं देना पैसे से तो जमीन ले लेंगे, आप 4 बच्चे पड़ जाएंगे। ਅੱਛਾ ਤੁਹਾਡਾ ਸਾਰਾ ਇੱਕੋ ਪਰਿਵਾਰ ਹੈ हाँ सब परिवार है। ਇਹ ਕੀ ਗੱਡਾ ਗੱਡਾ ਕੀ ਹੈ ਗੱਡਾ ਰੇੜੀ ਅੱਛਾ हाँ ਇਹ ਮੁੰਡਾ ਸੌਂ ਗਿਆ ਮੁੰਡਾ ਕੁੜੀ ਹੈ मुंडा वो कुड़ी हैगी बेचारी। ਇਹ ਕੁੜੀ ਹੈ कुड़ी मुंडा। ਇਹ दवाई कर ਲੈਂਦੇ ਆ जुकाम बुखार है हमारा। ਇਹ ਤੁਹਾਡੀ ਘਰ ਵਾਲੀ ਹੈ ਤੁਹਾਡੀ ਲਾਣੇਦਾਰ ਨਹੀਂ लानेदार। ਇਹ ਲਾਣੇਦਾਰ ਹੈ हाँ गल सही। ठीक है आ भाई होनी अच्छा ਤੁਸੀਂ ਵੀ ਬੇਬੇ ਇਹ ਸਾਡੀ ਵੱਡੀ ਲਾਣੇਦਾਰੀ ਅੱਛਾ ਅੱਜ ਕੀ ਬਣਾਇਆ ਖਾਣ ਲਈ सब्जी बनाया, रोटी बनाते खाते। ਕੀ ਬਣਾਇਆ बनाया नहीं है, मन की राहत से रोटी होती है। ਇਹ ਮੱਝਾਂ ਨੇ लस्सी रोटी मांग के लाया था पिंड से। ਅੱਛਾ 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 ਜੇ ਮੀਂਹ ਮੂੰਹ ਆ ਜਾਂਦਾ ਫਿਰ ਕਿੱਦਾਂ ਕਰਦੇ ਹੋ ऐसे ही रहते हैं, ਹੈ ऐसे ही रहते हैं। ਅੱਛਾ ਮੋਦੀ ਨੂੰ ਕੀ ਕਹੋਗੇ ਤੁਸੀਂ हाँ? ਮੋਦੀ ਨੂੰ मोदी तो बस गया। कहीं भाई मोदी को क्या कहेंगे जी, अब गरीब आदमी कौन कहे किसको गाली दे। ਨਹੀਂ ਜੇ ਮੋदी अपने लिए सब सही है। ਨਹੀਂ ਮੋਦੀ ਨੂੰ ਕੀ ਕਹੋਗੇ मोदी हमको क्या हमसे बता, मोदी से क्या लेना है भाई। हमको क्या बता जी। ਨਹੀਂ गरीब आदमी को कौन सुनता है हमारा। ਨਹੀਂ ਜੇ ਮੋਦੀ ਇਹ ਕਾਨੂੰਨ ਰੱਦ ਕਰੂਗਾ ਤਾਂ ਹਨਾ मोदी ने तो काम खराब कर दिया था पीछे। ਪਾਇਲ ਰੋਹਤਗੀ ਕਦੇ ਕਿਸੇ ਨੂੰ ਤੇ ਕਦੇ ਕਿਸੇ ਨੂੰ ਘੇਰਦੀ ਹੈ। ਹੁਣ ਤਾਪਸੀ ਪੰਨੂ ਦੇ ਉੱਪਰ ਆਪਣੀ ਗੱਲ ਰੱਖਦੀ ਹੋਈ ਪਾਇਲ ਰੋਹਤਗੀ ਨਜ਼ਰ ਆਈ ਹੈ। ਆਪਣੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਤਾਪਸੀ ਪੰਨੂ ਦੇ ਬਾਰੇ ਵਿੱਚ ਕਾਫੀ ਗੱਲਾਂ ਦਾ ਖੁਲਾਸਾ ਕਰਦੀ ਉਹ ਨਜ਼ਰ ਆਈ। ਕੀ ਕਿਹਾ ਪਾਇਲ ਨੇ, ਤੁਸੀਂ ਆਪ ਹੀ ਸੁਣ ਲਵੋ। नमस्ते, मैं हूं पायल रोहतगी। हम सबको पता चल गया है कि कैसे इनकम टैक्स आईटी की रेड्स पड़ी है तापसी, अनुराग कश्यप, मधु मंटेना और विकास बहल के प्रॉपर्टीज के ऊपर। अपेरेंटली 22 प्रॉपर्टीज के ऊपर रेड पड़ी है ना। इनकम टैक्स की रेड पड़ी है तो कहीं ना कहीं उनको कोई सबूत तो मिला होगा, बिकॉज आई रियली डोंट थिंक भारत की वरिष्ठ एजेंसी ऐसे ही रेड करेगी विदाउट हैविंग एनी प्रूफ, एनी सबूत। बिकॉज आगे जाके कुछ समय के बाद अगर उनके घरों से कुछ प्रूफ नहीं मिलेगा या कागजात नहीं मिलेंगे तो ऑब्वियसली बदनामी इनकम टैक्स एजेंसी की होगी। तो आई डोंट थिंक भारत की कोई भी वरिष्ठ एजेंसी ऐसा कोई स्टेप लेगी विदाउट हैविंग प्रॉपर एविडेंस। मगर ऑब्वियसली द लेफ्टिस्ट गैंग एक तरह का स्टोरी बोर्ड फैला रहा है। स्टोरी बोर्ड ये है कि तापसी और अनुराग आउटस्पोकन सेलिब्रिटीज है, इसलिए द केंद्रीय सरकार ने अपनी एजेंसीज को बोला है कि वो रेड डाले तापसी, अनुराग कश्यप, विकास बहल, मधु मंथने के ऑफिसेस के ऊपर। तो मैं यहाँ पे सिर्फ इतना कहना चाहती हूँ, लेफ्टिस्ट गैंग को उनके ही लॉजिक द्वारा समझाना चाहती हूँ, क्योंकि महाराष्ट्र के मिनिस्टर अशोक चव्हाण भी यही स्टेटमेंट कह रहे हैं कि भैया केंद्रीय सरकार ने इनकम टैक्स को बोला है रेड मारने के लिए इन सेलिब्रिटीज के घरों पर, ऑफिसेस पर, क्योंकि ये आउटस्पोकन सेलिब्रिटीज है। तो आपको शायद कुछ समय पहले पता होगा कि कैसे महाराष्ट्र सरकार ने स्टेटमेंट दिया था कि लता मंगेशकर, सचिन तेंदुलकर एंड विराट कोहली के ऊपर इंक्वायरी बिठानी चाहिए, चेकिंग करना चाहिए कि क्या उन्होंने दबाव में आकर
पर इंडिया के लिए ट्वीट किया। जी हाँ, दे हैड ट्वीटेड फॉर द इंटेग्रिटी एंड सॉवरेनिटी ऑफ इंडिया ड्यूरिंग द फेक फार्मर्स प्रोटेस्ट। और इनके ट्वीट्स को ऑब्वियसली महाराष्ट्र सरकार ने चैलेंज करते हुए कहा था कि शायद इनको ऑब्वियसली बीजेपी का दबाव था, इसलिए उन्होंने देश के लिए ट्वीट किया। तो तब उनका स्टैंड वो था फॉर दीज फेमस सेलिब्रिटीज हु आर मच फेमस एंड मच अकम्प्लिश्ड एज कंपेयर टू द अनुराग कश्यप एंड द तापसी पानूस। मगर अभी तापसी पानू के यहाँ रेड पड़ रही है, अनुराग कश्यप के ऑफिस के यहाँ रेड पड़ रही है। तो अब उनका स्टेटमेंट यह है कि केंद्रीय सरकार ऑब्वियसली इनके ऊपर रेड डाल रही है क्योंकि ये आउटस्पोकन सेलिब्रिटीज है। तो क्या लता मंगेशकर, सचिन तेंदुलकर, विराट कोहली आउटस्पोकन सेलिब्रिटीज के जोन में नहीं आ सकते? मगर हाँ, वो तो उनसे भी ज्यादा प्रसिद्ध है, उनसे भी ज्यादा अकम्प्लिश्ड है और उन्होंने देश के लिए ट्वीट किया, तो वो ऑब्वियसली बीजेपी के दबाव में आके ट्वीट किया। और यहाँ पर ये जो तापसी पन्नू है, अनुराग कश्यप है, मोदी जी के खिलाफ बोलते हैं, टुकड़े टुकड़े गैंग के साथ खड़े होते हैं, तो वो ऑब्वियसली आउटस्पोकन सेलिब्रिटीज है और वो कुछ गलत काम नहीं कर सकते। उन्होंने अगर गलत काम किया है तो वो गलत काम अलाउड है। क्यों? क्योंकि वो आउटस्पोकन सेलिब्रिटीज है। एक्सक्यूज मी, चाहे आप आउटस्पोकन सेलिब्रिटीज हो या चुपचाप सेलिब्रिटी हो, आप गलत काम नहीं कर सकते। अगर इनकम टैक्स की रेड पड़ी है तो इसके पीछे कोई एविडेंस होगा, बिकॉज इनकम टैक्स की एजेंसी ऐसे ही नहीं रेड मारती। और अगर उन्होंने ऐसे ही रेड मारी है तो कुछ दिनों में पता चल जाएगा, दूध का दूध और पानी का पानी। और बाद में जब सच आएगा बाहर, तब आप बैठ के बोलना कि केंद्रीय सरकार ने ऐसे ही रेड मारी है कि शायद उन्होंने कुछ गलत काम किया है। मगर अब रेड मारते समय ये नैरेटिव फैलाना, जबकि कुछ दिन पहले आप कुछ और नैरेटिव फैला रहे थे ओवर द ट्वीट्स ऑफ सचिन तेंदुलकर, लता मंगेशकर एंड विराट कोहली, दिखाता है कि आप लोग कितने बौखलाए हुए इलॉजिकल स्टूपिड लेफ्टिस्ट गैंग है। नमस्ते, जय हिंद। ਹਾਲ ਹੀ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾ ਵੈਕਸੀਨ ਲਗਾਇਆ ਗਿਆ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਖੂਬ ਵਾਇਰਲ ਹੋਈ ਹੈ। ਹੁਣ ਨਿਤਿਨ ਗਡਕਰੀ ਵੱਲੋਂ ਵੀ ਕਰੋਨਾ ਦਾ ਇਹ ਵੈਕਸੀਨ ਲਿਆ ਗਿਆ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਯੂਜ਼ਰਸ ਵੱਲੋਂ ਇਸ ਨੂੰ ਲੈ ਕੇ ਅਲੱਗ-ਅਲੱਗ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਰਵਨੀਤ ਸਿੰਘ ਬਿੱਟੂ ਅਤੇ ਬਲਵੀਰ ਸਿੰਘ ਰਾਜੇਵਾਲ ਦਾ ਸੋਸ਼ਲ ਮੀਡੀਆ ਦੇ ਉੱਪਰ ਪੇਚਾ ਪਿਆ। ਦਰਅਸਲ ਰਵਨੀਤ ਬਿੱਟੂ ਵੱਲੋਂ ਫੇਸਬੁੱਕ ਦੇ ਉੱਪਰ ਪੋਸਟ ਸਾਂਝੀ ਕਰਕੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ। ਇਸ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਰਾਜੇਵਾਲ ਦੀਆਂ ਤਸਵੀਰਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਰਵਨੀਤ ਬਿੱਟੂ ਅਤੇ ਬਲਵੀਰ ਰਾਜੇਵਾਲ ਦਾ ਸੋਸ਼ਲ ਮੀਡੀਆ ਦੇ ਉੱਪਰ ਪੇਚਾ ਪਿਆ ਹੈ। ਰਵਨੀਤ ਬਿੱਟੂ ਫੇਸਬੁੱਕ ਦੇ ਉੱਪਰ ਪੋਸਟ ਸਾਂਝੀ ਕਰਕੇ ਕਈ ਤਰ੍ਹਾਂ ਦੇ ਸਵਾਲ ਕਰ ਉਹਨਾਂ ਨੂੰ ਘੇਰਦੇ ਨਜ਼ਰ ਆ ਰਹੇ ਹਨ। ਜੀ ਹਾਂ, ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਆਪਣੀ ਫੇਸਬੁੱਕ ਦੇ ਉੱਪਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਨਾਲ ਸੰਬੰਧਿਤ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਅੱਜ-ਕੱਲ੍ਹ ਸੱਚ ਕੈਮਰਿਆਂ ਦੇ ਵਿੱਚ ਕੈਦ ਰਹਿ ਜਾਂਦਾ ਹੈ। ਲੋਕਾਂ ਨੂੰ ਸੱਚ ਦੱਸਣਾ ਸਾਡੀ ਜ਼ਿੰਮੇਵਾਰੀ ਹੈ। ਇਹ ਹਮੇਸ਼ਾ ਦਿੱਲੀ ਵਾਲਿਆਂ ਦਾ ਸਪੋਰਟ ਕਰਦੇ ਹਨ। 2017 ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਸਪੋਰਟ ਕੀਤਾ, ਜਿਸ ਨੇ ਦਿੱਲੀ ਦੇ ਵਿੱਚ 3 ਕਿਸਾਨ ਵਿਰੋਧੀ ਬਿੱਲਾਂ ਦੇ ਵਿੱਚੋਂ ਇੱਕ ਨੂੰ ਪਾਸ ਕਰ ਦਿੱਤਾ। ਜੇ ਇਹ ਪੰਜਾਬ ਬਾਰੇ ਚਿੰਤਿਤ ਹਨ ਤਾਂ ਕੇਂਦਰ ਸਰਕਾਰ ਦੇ ਨਾਲ ਹੋਈਆਂ 10-11 ਮੀਟਿੰਗਾਂ ਦੇ ਵਿੱਚ ਕਿਸਾਨਾਂ ਦੇ ਮੁੱਦੇ ਦਾ ਹੱਲ ਕੱਢ ਦਿੰਦੇ। ਉਹਨਾਂ ਕਿਹਾ ਕਿ ਉਹ ਸਿਰਫ ਇੱਥੇ ਖੇਡ ਤਮਾਸ਼ਾ ਕਰਦੇ ਹਨ ਤਾਂ ਕਿ ਅੰਦੋਲਨ ਲੰਬਾ ਖਿੱਚਦੇ ਰਹਿਣ ਅਤੇ ਇਹ ਕਮਜ਼ੋਰ ਹੁੰਦਾ ਜਾਵੇ। ਰਵਨੀਤ ਬਿੱਟੂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਦੇ ਵਿੱਚ ਰਾਜੇਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਸਟੇਜ ਸਾਂਝੀ ਕਰਦੇ ਹੋਏ ਦੇਖੇ ਗਏ, ਜਦਕਿ ਇੱਕ ਹੋਰ ਤਸਵੀਰ ਦੇ ਵਿੱਚ ਰਾਜੇਵਾਲ ਸਟੇਜ ਤੇ ਅਰਵਿੰਦ ਕੇਜਰੀਵਾਲ ਨੂੰ ਸੰਬੋਧਿਤ ਕਰਦੇ ਨਜ਼ਰ ਆ ਰਹੇ ਹਨ। ਦੱਸੀਏ ਕਿ ਇਸ ਤੋਂ ਪਹਿਲਾਂ ਵੀ ਰਵਨੀਤ ਬਿੱਟੂ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਾਂਗਰਸ ਦੇ ਸਾਬਕਾ MP ਮੋਹਿੰਦਰ KP ਅਤੇ ਰਾਜੇਵਾਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਬਿੱਟੂ ਨੇ ਲਿਖਿਆ ਸੀ ਕਿ ਇੱਕ ਪਾਸੇ ਤਾਂ ਕਿਸਾਨ ਨੇਤਾ ਲੋਕਾਂ ਨੂੰ ਸਿਆਸੀ ਆਗੂਆਂ ਤੋਂ ਦੂਰ ਰਹਿਣ ਦੇ ਲਈ ਕਹਿੰਦੇ ਨੇ, ਜਦਕਿ ਦੂਜੇ ਪਾਸੇ ਰਾਜੇਵਾਲ ਕਾਂਗਰਸੀ ਆਗੂ KP ਸਿੰਘ ਦੇ ਨਾਲ ਪਕੌੜੇ ਖਾ ਰਹੇ ਹਨ। ਉਹਨਾਂ ਲਿਖਿਆ ਕਿ ਕਿਸਾਨ ਆਗੂ ਅਤੇ ਸਿਆਸੀ ਲੀਡਰਾਂ ਵਿਚਾਲੇ ਹਮੇਸ਼ਾ ਡੂੰਘਾ ਸੰਬੰਧ ਰਿਹਾ ਹੈ ਅਤੇ ਭਵਿੱਖ ਦੇ ਵਿੱਚ ਵੀ ਇਹ ਇਸੇ ਤਰ੍ਹਾਂ ਹੀ ਰਹੇਗਾ। ਗਾਇਕ ਗੁਰਵਿੰਦਰ ਬਰਾੜ ਵੱਲੋਂ ਸਟੇਜ ਤੋਂ ਬੋਲਦਿਆਂ ਕਈ ਗੱਲਾਂ ਦੀ ਸਾਂਝ ਪਾਈ ਗਈ ਹੈ। 26 ਜਨਵਰੀ ਦੇ ਬਾਰੇ ਵਿੱਚ ਉਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਇਸ ਦੇ ਬਾਰੇ ਕਈ ਗੱਲਾਂ ਦੇ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ, ਕਈਆਂ ਦਾ ਖੁਲਾਸਾ ਕੀਤਾ ਗਿਆ। ਕੀ ਕਿਹਾ ਉਹਨਾਂ ਨੇ, ਦੇਖੋ ਇਸ ਵੀਡੀਓ ਦੇ ਰਾਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਬੈਠੇ, ਧੰਨਵਾਦ ਸਾਹਿਬ, ਹੋਰ ਪ੍ਰਬੰਧਕ ਸਿੰਘ ਬੈਠੇ ਨੇ ਸਾਰੇ। ਮੇਰੇ ਸਾਊਂਡ ਵਾਲੇ ਥੋੜੇ ਵੋਲਿਊਮ ਖੋਲ੍ਹ ਦਿਓ। ਪਿੱਛੇ ਸਾਰੀ ਗੱਲਾਂ ਹੀ ਠੀਕ ਸੁਣਦਾ, ਪਿੱਛੇ ਤੱਕ ਮੈਨੂੰ ਲੜਨਾ ਜੀ ਸਮਝ ਆ ਰਹੀ ਹੈ। ਸੋ ਕਿਉਂਕਿ ਬਿੱਲਾਂ ਬਾਰੇ ਪਿਛਲੇ 6 ਮਹੀਨਿਆਂ ਤੋਂ ਲੱਗੇ ਹੋਏ ਅਸੀਂ ਛੋਟੇ ਛੋਟੇ ਧਰਨਿਆਂ ਤੋਂ। ਇਹ ਪ੍ਰਧਾਨ ਸਾਹਿਬ ਵੀ ਹੁੰਦੇ ਸੀ ਜਾਂ ਜਿੱਥੇ ਵੀ ਕਿਸੇ ਵੀ ਯੂਨੀਅਨ ਦਾ ਜਦੋਂ ਸੱਦਾ ਆਉਂਦਾ ਸੀ, ਕਲਾਕਾਰ ਹੋਣ ਦੇ ਨਾਤੇ, ਕਲਾਕਾਰ ਬਾਅਦ ਦੇ ਵਿੱਚ, ਕਿਸਾਨ ਦੇ ਹੋਣ ਪਹਿਲਾਂ, ਉਸ ਸਮੇਂ ਤੋਂ ਲੱਗ ਕੇ ਅੱਜ ਆਪਾਂ ਜਿਹੜਾ ਸੰਘਰਸ਼ ਆ ਬਹੁਤ ਵੱਡੇ ਲੈਵਲ ਤੇ ਪਹੁੰਚਾਇਆ ਸਾਰਿਆਂ ਦੇ ਨਾਲ ਮਿਲ ਕੇ। ਕਿਸੇ ਇੱਕ ਦਾ ਇਹਦੇ ਵਿੱਚ ਯੋਗਦਾਨ ਨਹੀਂ ਹੁੰਦਾ, ਇਹ ਲੋਕਾਂ ਦਾ ਯੋਗਦਾਨ ਹੁੰਦਾ। ਸਮਾਂ ਬੜਾ ਸੀਮਿਤ ਹੈ, ਗੱਲਾਂ ਦਿਲ ਦੇ ਵਿੱਚ ਬਹੁਤ ਨੇ। 26 ਤਰੀਕ ਤੋਂ ਬਾਅਦ ਇਹ ਗੱਲ ਮਹਿਸੂਸ ਹੋਈ ਸੀ ਕਿ ਯਾਰ ਆਹ ਕੀ ਗੱਲ ਬਣ ਗਈ। ਪਰ ਸਦਕੇ ਜਾਈਏ ਇਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਜਜ਼ਬੇ ਤੇ, ਉਹਨਾਂ ਦੀ ਧੀਰਜ ਦੇ, ਉਹਨਾਂ ਦੇ ਠੰਮੇ ਦੇ, ਜਿਨ੍ਹਾਂ ਦੇ ਸਦਕੇ ਜਿਹੜਾ ਅੰਦੋਲਨ ਹੈ ਅੱਜ ਫਿਰ ਸਿਖਰਾਂ ਦੇ ਉੱਤੇ ਪਹੁੰਚਿਆ ਹੋਇਆ। ਤੇ ਮੈਨੂੰ ਹਮੇਸ਼ਾ ਇਹ ਗੱਲ ਲੱਗਦੀ ਸੀ, ਕਿਉਂਕਿ ਸਾਰੇ ਪੰਜਾਬ 'ਚ, ਹਰਿਆਣੇ 'ਚ, ਰਾਜਸਥਾਨ 'ਚ ਅਸੀਂ ਜਿੱਥੇ ਵੀ ਧਰਨੇ ਮੁਜ਼ਾਹਰਾ ਰੈਲੀਆਂ ਤੇ ਜਾਂਦੇ ਸਾਂ, ਉੱਥੇ ਲੱਗਦਾ ਸੀ ਕਿ ਯਾਰ ਬੜਾ ਇਕੱਠ ਹੁੰਦਾ, ਸਾਡੇ ਜ਼ਿਲ੍ਹੇ 'ਚ ਕਿਉਂ ਨਹੀਂ ਹੁੰਦਾ। ਪਰ ਅੱਜ ਤੁਸੀਂ ਇਹ ਬਹੁਤ ਵਧੀਆ ਇਕੱਠ ਕਰਕੇ ਇਹ ਗੱਲ ਦਾ, ਏਕੇ ਦਾ ਜਿਹੜਾ ਸਬੂਤ ਦਿੱਤਾ ਹੈ, ਇਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਕੁਝ ਗੱਲਾਂ ਹੀ ਕਰ ਰਹੀਆਂ ਸੀ, ਕਿਸਾਨੀ ਦੇ ਗੀਤ ਵੀ ਕਾਫੀ ਗਾਏ ਨੇ। ਸਿਰਫ ਜਿਵੇਂ ਬਾਈ ਜੀ ਹੋਰੀ ਜਿਹੜੇ ਪਹਿਲਾਂ ਬੋਲ ਰਹੇ ਸੀ, ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਵੇਂ ਤੁਸੀਂ ਅੱਜ ਇੱਕ ਝੰਡੇ ਥੱਲੇ ਇਕੱਠੇ ਹੋਏ ਹੋ, ਹੱਥ ਬੰਨ ਕੇ ਬੇਨਤੀ ਇਸੇ ਤਰ੍ਹਾਂ ਇਕੱਠੇ ਰਿਹਾ ਕਿ ਕੱਲ ਨੂੰ ਫੇਰ ਨਾ ਲੀਡਰਾਂ ਦੀਆਂ ਦਰੀਆਂ ਝਾੜਦੇ ਫਿਰਿਓ। ਕਿਉਂਕਿ ਜੇ ਆਪਾਂ ਲੀਡਰ ਸਹੀ ਚੁਣੇ ਹੁੰਦੇ ਬਾਈ, ਤਾਂ ਅੱਜ ਆ ਦਿਨ ਆਪਾਂ ਨੂੰ ਵੇਖਣੇ ਹੀ ਨਾ ਪੈਂਦੇ। ਆਪਣੀ ਕੌਮ ਬਹੁਤ ਭੋਲੀ ਭਾਲੀ ਆ, ਬਹੁਤ ਆਪਾਂ ਸਿੱਧੇ ਆ, ਪਰ ਆਪਾਂ ਸਿੱਧੇ ਆ, ਆਪਾਂ ਸਿੱਧਰੇ ਥੋੜੀਆਂ ਯਾਰ। ਅੱਜ ਦੀ ਡੇਟ ਦੇ ਵਿੱਚ ਵੀ ਫਿਰ ਕਰੋਨਾ ਆ ਗਿਆ, ਰਾਤ ਨੂੰ ਕਰਫਿਊ ਲਾ ਦੋ ਵੀ ਕਰੋਨਾ ਰਾਤ ਨੂੰ ਆਉਂਦਾ, ਦਿਨੇ ਨਹੀਂ ਆਉਂਦਾ। ਅਸੀਂ ਐਡੇ ਉਲਟੂ ਥੋੜੀ ਆ, ਇੰਨਾ ਹੀ ਪਤਾ ਲੱਗਦਾ ਸਾਨੂੰ ਤਾਂ ਜਿਹੜਾ ਕਰੋਨਾ ਮੋਦੀ ਵਾਲਾ ਚਿੰਬੜਿਆ ਹੀ ਮਗਰੋਂ ਲੈ, ਹੋਰ ਸਾਡਾ ਕਰੋਨਾ ਕੀ ਕਰ ਲੂਗਾ। ਕਿਉਂਕਿ ਬਹੁਤ ਸੀਰੀਅਸ ਮੈਂ ਭਾਸ਼ਣ ਥੋੜਾ ਲਾਈਟ ਮੂਡ ਦੇ ਵਿੱਚ ਵੀ ਕੁਝ ਗੱਲਾਂ ਕਰਦੀਆਂ, ਗੱਲਾਂ ਬਿਲਕੁਲ ਸਾਰਥਕ ਹੀ ਨੇ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜਾਏ ਸਾਰੇ ਟਿਕਰੀ ਸਿੰਘ ਨੂੰ ਦਿੱਲੀ ਹਾਲ ਜੀ ਕਿਹਦੀ ਲੱਗੀ, ਮਾੜੇ ਹੱਥ ਖੜੇ ਕਰਿਓ। ਲੈ ਵੀ ਭਾਈ ਗੱਲ ਇਹ ਹੈ ਵੀ ਜਿਹੜੇ ਅਜੇ ਤੱਕ ਨਹੀਂ ਗਏ, ਸਮਝ ਲਓ ਕਿਸਮਤ ਦੇ ਫਰਕ ਹੈ, ਕਿਤੇ ਹੋਰ ਕਿਤੇ ਫਰਕ ਨਹੀਂ। ਕੋਈ ਵੀ ਕਿਸੇ ਉਮਰ ਦਾ ਵਿਅਕਤੀ ਹੋਵੇ, ਚਾਹੇ ਕੋਈ ਬੱਚਾ ਹੈ, ਚਾਹੇ ਕੋਈ ਨੌਜਵਾਨ ਹੈ, ਚਾਹੇ ਕੋਈ ਵੱਡੀ ਉਮਰ ਦਾ ਬਜ਼ੁਰਗ ਹੈ, ਹਰ ਕਿਸੇ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਸਮੇਂ-ਸਮੇਂ ਦੇ ਉੱਪਰ ਆਵਾਜ਼ ਚੁੱਕੀ ਜਾ ਰਹੀ ਹੈ। ਜੇਕਰ ਅਸੀਂ ਛੋਟੇ-ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਕਦੇ ਉਹ ਸਾਈਕਲਾਂ ਦੇ ਉੱਪਰ ਪਿੰਡਾਂ ਦੇ ਵਿੱਚ ਰੈਲੀ ਕੱਢਦੇ ਨੇ, ਕਦੇ ਉਹਨਾਂ ਵੱਲੋਂ ਕਿਸੇ ਹੋਰ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਨੂੰ ਆਪਣੀ ਸਪੋਰਟ ਦਿਖਾਈ ਜਾਂਦੀ ਹੈ। ਅਜਿਹੀ ਇੱਕ ਛੋਟੇ ਜਿਹੇ ਬੱਚੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਨੇ ਕਵਿਤਾ ਦੇ ਰਾਹੀਂ ਸਰਕਾਰ ਨੂੰ ਘੇਰਿਆ ਹੈ ਅਤੇ ਕਈ ਗੱਲਾਂ ਉਸ ਛੋਟੇ ਜਿਹੇ ਬੱਚੇ ਵੱਲੋਂ ਕਹੀਆਂ ਗਈਆਂ। यह कृषि प्रधान देश नहीं है, उद्योग प्रधान देश है। यह कृषि प्रधान देश नहीं है, उद्योग प्रधान देश है। व्यापारियों के मान्य ही देश का प्रधान है, तभी तो गोलियों से मारा जा रहा है किसान को, तभी तो गोलियों से मारा जा रहा है किसान को, तभी तो गोलियों से मारा जा रहा है किसान को, तभी तो गोलियों से मारा जा रहा है किसान को, तभी तो गोलियों से मारा जा रहा है। यह उद्योग प्रधान देश नहीं है, कृषि प्रधान देश है। यह उद्योग प्रधान देश नहीं है, कृषि प्रधान देश है। व्यापारियों के मान्य ही देश का प्रधान है, तभी तो गोलियों से मारा जा रहा है किसान को। माफ कर रहे हैं कर्जा, माफ कर रहे हैं कर्जा। भाव बढ़ रहा नहीं है फसलों का, भाव बढ़ रहा है मकानों का। भाव बढ़ नहीं रहा है फसलों का, भाव बढ़ रहा है मकानों का। पानी तो सारा दे दिया पेप्सी और कोका वालों को,
सारा दे दिया फैक्ट्री और कोका वालों को, और आयात किया जा रहा है बिचौलियों से दलालों को, आयात किया जा रहा है बिचौलियों से दलालों को। मंडी में हर जगह दलाल बिठाकर बैठे हैं जमाखोरी के लिए पर्ची तक भंडार बनाकर बैठे हैं, जमाखोरी के लिए पर्ची तक भंडार बनाकर बैठे हैं। एक तरफ खुले में सड़ रहा धान है, दूसरी ओर भूख से मर रहा किसान है। एक तरफ खुले में सड़ रहा धान है और दूसरी ओर मर रहा भूख से किसान है। आप दूसरी ओर किसान भूख से मर रहा है। आत्महत्या करने को किसान मजबूर है, आत्महत्या करने को किसान मजबूर है। किडनी बेचकर रोटी खाता यहाँ मजदूर है। तस्वीर एक बार आकर देखो फटे हाल किसान की, तस्वीर एक बार आकर देखो फटे हाल किसान की, तस्वीर एक बार आकर देखो फटे हाल किसान की। तब जाकर हकीकत बताओ विदेशों में हिंदुस्तान की, तब जाकर हकीकत बताओ विदेशों में हिंदुस्तान की। कि भूखा पेट यहाँ अन्नदाता सोता है, दूध पीने को उसका बेटा रोता है। बेटियां कुपोषण से मारी जा रही, अनीमिया की बीमारी खाई जा रही। बेटा प्राथमिक शिक्षा से वंचित है, बेटा प्राथमिक शिक्षा से वंचित है, बेटा प्राथमिक शिक्षा से वंचित है। पेट भरने को चिंतित है, पेट भरने को चिंतित है। आत्महत्या करना किसान की मजबूरी है। ਜਗਦੀਪ ਰੰਧਾਵਾ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋਏ ਨੇ, ਜੋ ਤਸਵੀਰਾਂ ਕਿਸਾਨ ਆਗੂਆਂ ਦੀਆਂ ਕੁਝ ਪਾਰਟੀ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਨਾਲ ਵਾਇਰਲ ਹੋ ਰਹੀਆਂ ਨੇ। ਇਸ ਦੇ ਬਾਰੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਕਿਹਾ ਕਿ ਇਸ ਸਮੇਂ ਸਾਡਾ ਮੁੱਖ ਮੁੱਦਾ ਹੈ ਕਿ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਸੀਂ ਉਸ ਦੇ ਉੱਪਰ ਧਿਆਨ ਦੇਈਏ, ਇੱਧਰ ਉੱਧਰ ਦੀਆਂ ਗੱਲਾਂ ਦੇ ਉੱਪਰ ਧਿਆਨ ਜਿਹੜਾ ਨਾ ਦਿੰਦੇ ਹੋਏ ਸਿਰਫ ਉਸ ਮੁੱਦੇ ਦੀ ਗੱਲ ਕਰੀਏ, ਕਿਉਂਕਿ ਇਹ ਅੰਦੋਲਨ ਜਿਹੜਾ ਹੈ ਇਸ ਨੂੰ ਲੰਬੇ ਸਮੇਂ ਦੇ ਲਈ ਅੱਗੇ ਲੈ ਕੇ ਜਾਣਾ ਹੈ। ਇਸ ਕਰਕੇ ਜੋ ਇਸ ਦੇ ਵਿੱਚ ਵਿਘਨ ਪਾਉਂਦੀਆਂ ਗੱਲਾਂ ਨੇ ਉਸ ਦੇ ਵੱਲ ਧਿਆਨ ਨਾ ਦੇ ਕੇ ਬਲਕਿ ਜੋ ਸਾਡੇ ਲੀਡਰ ਕਹਿੰਦੇ ਨੇ ਉਹਨਾਂ ਦੀ ਗੱਲ ਮੰਨੀਏ। ਹਾਂਜੀ ਦੋਸਤੋ, ਰੇਂਜ ਦੀ ਪ੍ਰੋਬਲਮ ਸੀ, ਹੁਣ ਸਹੀ ਹੋਈ ਆ। ਖਿੱਚ ਕੇ ਸ਼ੇਅਰ ਕਰ ਦਿਓ ਦੁਬਾਰੇ ਫੇਰ ਉਹੀ ਗੱਲਾਂ ਬਾਤਾਂ ਵੀ ਅੱਜ ਕਿਸਾਨ ਆਗੂਆਂ ਨੇ KMP ਘੇਰਨੀਆਂ, ਦਿੱਲੀ ਚਾਰੇ ਪਾਸੋਂ ਘੇਰਨੀਆਂ, ਉਹਦੀ ਸਪੋਰਟ ਕਰੋ, ਨੌਜਵਾਨ ਬਜ਼ੁਰਗਾਂ ਦਾ ਸਾਥ ਦਿਓ। ਇਹ ਅੰਦੋਲਨ ਆਪਣੇ ਲਈ ਜਿੱਤਣਾ ਬਹੁਤ ਜ਼ਰੂਰੀ ਆ। ਆਪਣੇ ਕੋਠਿਆਂ ਤੋਂ ਰੰਗ ਲੈ ਜੋ, ਜਵਾਕਾਂ ਦੀਆਂ ਫੀਸਾਂ ਨਹੀਂ ਭਰੀਆਂ ਜਾਣੀਆਂ, ਬਿਜਲੀ ਦੇ ਬਿੱਲ ਨਹੀਂ ਭਰੇ ਜਾਣੇ, ਜ਼ਮੀਨ ਪੱਲੇ ਨਹੀਂ ਰਹਿਣੀ। ਇਹ ਇਕੱਲੇ ਬੰਦੇ ਦੀ ਲੜਾਈ ਆ। ਹੁਣ ਤਾਂ ਨਜ਼ਾਰਾ ਆਊ ਯਾਰ ਅੰਦੋਲਨ ਲੜਨ ਦਾ। ਹੁਣ ਨਜ਼ਾਰਾ ਇਹ ਆਊਗਾ ਆਪਾਂ ਨੂੰ ਇਕੱਲੇ ਬੰਦੇ ਦਾ ਪਤਾ ਲੱਗ ਜਾਂਦਾ ਕੌਣ ਕਿਵੇਂ ਆ। ਹੁਣ ਵਿੱਚ ਆਗੂਆਂ ਦੀਆਂ ਫੋਟੋਆਂ ਵਾਇਰਲ ਕਰੀ ਜਾਂਦੇ ਵੀ ਇਹਦੀ ਆਹ ਲੀਡਰ ਨਾਲ ਬਣਦੀ ਆ, ਇਹਦੇ ਨਾਲ ਬਣਦੀ ਆ। ਉਹ ਵਧੀਆ ਗੱਲ ਆ। ਹੁਣ ਆਪਾਂ ਨੂੰ ਸਾਰਾ ਪਤਾ ਲੱਗ ਜਾਂਦਾ ਕੌਣ ਸਹੀ ਆ ਕੌਣ ਗਲਤ ਆ। ਆਪਾਂ ਨੂੰ ਕਿਹੜਾ ਫਿਰ ਜੇ ਕਿਸਾਨ ਆਗੂ ਕਹਿੰਦੇ ਆ ਵੀ ਭਾਈ 2 ਸਾਲਾਂ ਦੀਆਂ ਸੌਦਾ ਕਰਾ ਕੇ ਮੁੜਾਂਗੇ, ਆਪਾਂ ਕਿਹੜਾ ਮੁੜਨ ਲੱਗੇ ਆ। ਆਪਾਂ ਪੱਕੇ ਘਰ ਪਾਤੇ। ਵੱਧ ਤੋਂ ਵੱਧ ਬੰਦੇ ਦਿੱਲੀ ਪਹੁੰਚੋ, ਸਮਰਥਨ ਕਰੋ ਤੇ ਆਪਾਂ ਇਹ ਅੰਦੋਲਨ ਜਿੱਤਣਾਗਾ। ਇਕੱਲੇ ਘਰ ਦੀ ਲੜਾਈ ਆ। ਆਪਾਂ ਹੁਣ ਡਰ ਕੇ ਘਰੇ ਨਹੀਂ ਬੈਠਣਾ, ਦਿੱਲੀ ਪਹੁੰਚੋ ਵੱਧ ਤੋਂ ਵੱਧ। ਠੀਕ ਆ, 26 ਤਰੀਕ ਤੋਂ ਬਾਅਦ ਜਵਾਨੀ ਥੋੜਾ ਜਿਹਾ ਮੰਨ ਲਓ ਵੀ ਘਬਰਾ ਗਈ ਸੀਗੀ। ਕਾਰਨ ਇਹ ਆ ਵੀ ਕਹਿ ਰਹੀ ਸੀ ਜਵਾਨੀ ਵੀ ਕਿਸਾਨ ਆਗੂ ਸਾਡੇ ਨਾਲ ਖੜਨ, ਵੀ ਕਿਸਾਨ ਆਗੂ ਤਾਂ ਕਹਿੰਦੇ ਸਾਡੇ ਨਹੀਂ। ਪਰ ਹੱਥ ਬੰਨ ਕੇ ਜਵਾਨੀ ਨੂੰ ਬੇਨਤੀ ਵੀ ਦੁਬਾਰੇ ਫੇਰ ਦਿੱਲੀ ਨੂੰ ਚੱਲਦੇ ਆਪਾਂ। ਸਾਰੇ ਕੰਮ ਖਿੱਚੋ ਤੇ ਦਿੱਲੀ ਪਹੁੰਚੋ, ਵੱਧ ਤੋਂ ਵੱਧ ਵੱਡਾ ਇਕੱਠ ਦਿਖਾਓ। ਆਪਾਂ ਜਿੱਤ ਕੇ ਮੁੜਨਾਗਾ। ਕਾਰਨ ਕੀ? ਕਿਉਂਕਿ ਕੱਲੇ ਘਰ ਦੀ ਲੜਾਈ ਆ ਯਾਰ। ਜ਼ਮੀਨ ਆਪਣੀ ਕੱਲੇ ਦੀ ਜਾ ਰਹੀ ਆ। ਜੇ ਆਪਾਂ ਨੂੰ ਆਗੂਆਂ ਦੇ ਜਾਂ ਕਿਸੇ ਤੇ ਯਕੀਨ ਨਹੀਂ ਹੈਗਾ ਤੇ ਆਪਾਂ ਨੂੰ ਪਤਾ ਲੱਗੀ ਜਾਂਦਾ ਵਧੀਆ ਹੁਣ ਅੰਦੋਲਨ ਲੜਨ ਦਾ ਨਜ਼ਾਰਾ ਆਊ ਵੀ ਆਹ ਗਲਤ ਆ, ਬੰਦਾ ਸਹੀ ਆ। ਆਪਾਂ ਉੱਥੇ ਖਿੱਚ ਕੇ ਰੱਖੋ ਕੰਮ, ਜਿੱਤ ਕੇ ਆਵਾਂਗੇ। ਹਾਂ ਤੇ ਗੱਲ ਬਸ ਇਹੀ ਆ ਵੀ ਡਰਨ ਦੀ ਲੋੜ ਨਹੀਂ, ਖਿੱਚੋ ਕੰਮ। ਨੌਜਵਾਨੀ ਵੱਧ ਤੋਂ ਵੱਧ ਦੁਬਾਰੇ ਫੇਰ ਪਹੁੰਚੋ। ਨੌਜਵਾਨੀ ਇੱਥੇ ਵੀ ਰੋਡ ਮਾਰਚ ਕਰ ਰਹੀ ਆ, ਮੈਨੂੰ ਲੱਗਦਾ ਵੀ ਇਹ ਵੀ ਰੋਡ ਮਾਰਚ ਕਰੀ ਜਾਓ। ਪਰ ਇੱਥੇ ਆਪਾਂ ਇਹਦੇ ਨਾਲੋਂ ਆਪਾਂ ਦਿੱਲੀ ਪਹੁੰਚ ਗਏ, ਦਿੱਲੀ ਵੱਧ ਤੋਂ ਵੱਧ ਚੱਲੀਏ। ਕੁਲਬੀਰ ਸਿੰਘ ਮੁਸ਼ਕਾਬਾਦ ਜੋ ਥਾਂ ਦੇ ਉੱਪਰ ਅਲੱਗ-ਅਲੱਗ ਜਗ੍ਹਾ ਦੇ ਉੱਪਰ ਜਾ ਕੇ ਕਿਸਾਨ ਅੰਦੋਲਨ ਦਾ ਪ੍ਰਚਾਰ ਕਰ ਰਹੇ ਨੇ। ਸਮੇਂ ਦੇ ਉੱਪਰ ਜਿੱਥੇ ਵੀ ਉਹ ਜਾਂਦੇ ਨੇ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕਰਦੇ ਰਹਿੰਦੇ ਨੇ। ਹੁਣ ਵਿਕਟੋਰੀਆ ਮੈਮੋਰੀਅਲ ਪਹੁੰਚੇ ਨੇ, ਉੱਥੇ ਜਾ ਕੇ ਵੀ ਕਿਸਾਨੀ ਝੰਡਾ ਹੱਥ ਦੇ ਵਿੱਚ ਫੜ ਕੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਕਿਸਾਨ ਦਿੱਲੀ ਕਿਉਂ ਬੈਠੇ ਨੇ, ਇਹ ਧਰਨਾ ਕਿਉਂ ਲਗਾਇਆ ਜਾ ਰਿਹਾ ਹੈ, ਕਿਉਂ ਇਹ ਅੰਦੋਲਨ ਚੱਲ ਰਿਹਾ ਹੈ। जहाँ पर इस टाइम
ये विक्टोरिया हॉल देखने आए हैं। आप सबको एक बेनती है कि आप मेरी 2 मिनट के लिए बात जरूर सुने। हम जहाँ पर आपको मालूम होगा कि दिल्ली का एक किसान संघर्ष चल रहा है, मालूम है, वो संघर्ष के लिए हम आपके साथ आपका सहयोग चाहते हैं। हम चाहते हैं कि आप लोग किसानों को सपोर्ट करें, क्योंकि किसान आप सबके लिए लड़ रहे हैं, संघर्ष कर रहे हैं। हम चाहते हैं कि आप घूमें फिरें, एंजॉय करें, मगर सदा करते रहें, ये हम चाहते हैं, क्योंकि दिनों दिन महंगाई बढ़ती जा रही है। अगर किसानों के हाथ से छीन कर जो खेती बाड़ी है वो कॉर्पोरेट घरानों को दे दी तो हमारे लिए आने वाला वक्त जो है बहुत मुश्किल में हो जाएगा। हमसे आने वाले वक्त में जो सब्जी बाजी जो हम खाते हैं वो खरीदनी महंगी हो जाएगी। आप सबको मालूम है, आपको क्या मालूम है कि जो नमक का रेट है वो 50 रुपए 100 केजी है, 50 रुपए 100 केजी है, मगर जो प्राइवेट है वो एक चक्की में पीस कर हमें 20 रुपए किलो कम से कम देता है। 50 रुपए में 100 केजी, मगर कॉर्पोरेट घराना हमें चक्की में पीस कर 20 रुपए केजी देता है। इतनी लूट कर रहा है। तो फ्री का पानी निकाल के हमें 20-20 रुपए लीटर बेचा जा रहा है। हमें पानी फ्री मिलना चाहिए हर जगह पर हमें जानबूझकर ये हमें ऐसी घूमने वाली जगह से कहीं भी टूटी देख लो, ये अगर किसी भी जगह पर टूटी चलती हो, जानबूझकर हमें पानी वाला खरीदना पड़ता है। तो लोग जो सरकार है, ये कमी सरकार आई है, हमें लूट रही है, हमें बर्बाद कर रही है। और आज आपके लिए किसान दिल्ली में लड़ रहे हैं, आप उनका साथ दें, सहयोग दें। आपके आज न जाके आज 100 रुपये पेट्रोल हो गया, आने वाले दिनों में ये 500 रुपये भी हो जाएगा तो कोई बड़ी बात नहीं है। ये कर सकती है सरकार, ये हमें लूट रही है, ये प्राइवेट को अमीर कर रही है। आज मोदी ने जब सरदार भाई वल्लभ पटेल का आज स्टेडियम अपने नाम पर करा लिया, वो दिन दूर नहीं जिस दिन उसने सरदार वल्लभ भाई पटेल की मूर्ति का गर्दन हटाकर अपनी मूर्ति लगवा देनी है। ये ऐसा राजनीतिक लीडर है, हमें लूट रहा है। आप जो किसान आज लड़ाई लड़ रहे हैं उनका साथ दें, ताकि जो आने वाले दिनों में हमें खाने वाली वस्तुएं वो सही दाम पर मिलती रहें। ये हम आपसे चाहते हैं। आप हमारी बेनती को जरूर स्वीकार करें, हमारे साथ दें। जो किसान आपके लिए लड़ रहे हैं उनकी जो आपको पोस्ट आती है उनकी पोस्ट डालें, आप एकजुट होकर हमारे साथ खड़े। हम अब किसान एक नारा मारेंगे किसानों के लिए, आप हमारा साथ देना। जय जवान जय किसान, जय जवान जय किसान, किसान मजदूर कलाकार ग्राहक एकता जिंदाबाद। धन्यवाद जी, बहुत बहुत धन्यवाद। ਰਾਖੀ ਸਾਵੰਤ ਬਿਗ ਬੌਸ ਤੋਂ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆਈ ਹੈ। ਉਸ ਵੱਲੋਂ ਸਮੇਂ-ਸਮੇਂ ਦੇ ਉੱਪਰ ਸਲਮਾਨ ਖਾਨ ਦੀਆਂ ਤਾਰੀਫਾਂ ਕੀਤੀਆਂ ਜਾਂਦੀਆਂ ਨੇ। ਇੱਕ ਵਾਰ ਫਿਰ ਤੋਂ ਮੀਡੀਆ ਦੇ ਸਾਹਮਣੇ ਆ ਕੇ ਰਾਖੀ ਸਾਵੰਤ ਨੇ ਕਿਹਾ ਕਿ ਸਲਮਾਨ ਖਾਨ ਨੇ ਉਹਨਾਂ ਦੀ ਮਦਦ ਕੀਤੀ ਹੈ। ਕਿਸ ਤਰ੍ਹਾਂ ਮਦਦ ਕੀਤੀ, ਦੇਖੋ ਉਹਨਾਂ ਦੀ ਇਹ ਵੀਡੀਓ। मैं कंटिन्यू डेफिनेटली करूँगी क्योंकि सलमान जी ने मुझे अपने लक दिए हैं, उन्होंने खुद अपने हाथ से पहनाया है, तो ब्रेसलेट तो मैं कभी छोड़ती ही नहीं हूँ। इसको थोड़ा छोटा कराना पड़ेगा, वैसे हाथ से निकल जाता है, बट इट्स माई लकी ब्रेसलेट। सलमान जी के हाथ से पहना हुआ, उनका और मेरा सेम, किसी भी कंटेस्टेंट को ये कलर नहीं मिला, जो उनका कलर है वो ही मुझे मिला। आई एम सो लकी। सलमान जी लाइक इंडस्ट्री के मेरे गॉड ब्रदर है और उन्होंने मेरा बहुत साथ दिया। धन्यवाद मेरा, मेरी माँ का, और थैंक यू सो मच कि मुझे 14 लाख उठाने दिए, वो उसके कारण मैं अपने माँ का इलाज करा पा रही हूँ। उस लोगों को नहीं समझ में आया कि राखी तुम तो जीतने वाली थी। वो 14 लाख जब मॉम आपकी कैंसर पीड़ित है, हॉस्पिटल में है, तो वो कहते हैं ना डूबने वाले को तिनके का भी सहारा होता है। मैंने कहा था पहले भी कि मेरा अकाउंट एकदम ज़ीरो बैलेंस हो गया है, क्योंकि जब मैं यहाँ से गई थी तो अपने हस्बैंड को और अपने ब्रदर को मैं उसके जो बैंक के डिटेल्स देकर गई थी कि मम्मी को कभी कुछ भी हो जाए तो एडमिट करना, तो टोटली ज़ीरो बैलेंस हो गया था, क्योंकि हॉस्पिटल में इतना पैसे लग गए थे जितने भी थे। कैंसर एक बहुत बड़ी बीमारी है, लेकिन बहुत जल्द हम उससे लड़ेंगे और कैंसर को मिटा देंगे, और तभी मेरा सब कुछ वॉश आउट हो गया।
पैसा आज नहीं तो कल इंसान कमा ही लेता है। माँ बाप होना बहुत ज़रूरी है, भाई बहन हमारी फैमिली होना ज़रूरी है। पैसे कहते हैं ना इतने इम्पोर्टेंट नहीं है, लेकिन पैसे बहुत इम्पोर्टेंट भी है। बिग बॉस हाउस में जूली है, बाथरूम में सो रही है, उसे मैं बहुत मिस करूँगी, क्योंकि जब भी राखी को गुस्सा आता था जूली उसके पास आती है। आज भी वो वहाँ सो रही है और बिग बॉस की आवाज़ मैं बहुत मिस कर रही हूँ। मुझे बाहर की दुनिया से अच्छा बिग बॉस का हाउस लगता है। जब मैं अंदर रहती हूँ तो बहुत स्ट्रेस रहता है, और आप यकीन मानिए मैं थोड़ी पुट ऑन भी हो गई हूँ, क्योंकि वहाँ पे दाल चावल और पराठे मिलते हैं, ना सैलेड ना कुछ मिलता है, तो खाने के लिए तो लड़ाई है ही है। बट हाँ, जो वहाँ पे नोक झोंक होती थी, लड़ाइयाँ, टास्क सब होते थे। बिग बॉस सलमान जी हर हफ्ते आते थे, तो वो मैं सब मिस कर रही हूँ। सारे दोस्तों को मिस कर रही हूँ, सबको मैं मिस कर रही हूँ। बाहर आके सारे आधे से ज़्यादा सेलिब्रिटी गायब हो गए। मुझे समझ में नहीं आया क्या ये लोग चढ़ गए हैं, या इन्हें ईगो आ गया है, या इन्हें घमंड आ गया है। मैं वही राखी सावंत हूँ, मैं तो सब मीडिया से मिल रही हूँ, मैं हर पार्टी में जा रही हूँ। जाना ज़रूरी है क्योंकि मैं सेलिब्रिटी हूँ, मेरा दिखना ज़रूरी है। मैं एक बिग बॉस करके मैं घर में बैठना नहीं चाहती हूँ। मैं दिखूँगी तो मुझे काम मिलेगा, दिखेगा तो बिकेगा ना, तो मैं दिखना चाहती हूँ, तभी तो मुझे अच्छा काम मिलेगा। तो मैं हमेशा चाहती हूँ कि आई शुड वर्क हार्ड। मुझे सेकंड इनिंग मिली है बिग बॉस से, 14 साल का मेरा सफ़र रहा है। बिग बॉस ने बहुत प्यार दिया है। सबसे ज़्यादा मुझे खुश वो पल लगा जब बिग बॉस ने मुझे कहा कि बिग बॉस राखी सावंत से जाना जाता है। मुझे बहुत अच्छा लगा, बहुत अच्छा लगा। हाँ, बाहर मुझे बहुत लोगों ने अलग अलग नाम दिया, अभिनव के लिए, रुबीना के लिए, बट मैं जानना चाहती हूँ क्यों। ਸੋ ਇਹ ਸਨ ਕੁਝ ਖਬਰਾਂ ਤੇ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਪਰ ਅੱਜ ਦਾ ਦਿਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ, ਜਿਨ੍ਹਾਂ ਦੀ ਤੁਹਾਡੇ ਨਾਲ ਸਾਂਝ ਪਾਈ ਹੈ। ਇਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਜਿਹੜੇ ਵੀ ਤੁਹਾਡੇ ਵਿਚਾਰ ਨੇ, ਤੁਸੀਂ ਸਾਡੇ ਨਾਲ ਫੀਡਬੈਕ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਸਾਂਝਾ ਕਰ ਸਕਦੇ ਹੋ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।